ਮੇਰੀ ਅੱਖ ਅੱਜ ਸਵੇਰੇ ਟਾਈਮ ਤੋਂ ਪਹਿਲਾਂ ਹੀ ਖੁੱਲ੍ਹ ਗਈ। ਵੈਸੇ ਤਾਂ ਮੈਂ ਸਵੇਰੇ 7 ਵਜੇ ਉੱਠਦੀ ਹਾਂ, ਪਰ ਅੱਜ 6 ਵਜੇ ਹੀ ਉੱਠ ਗਈ। ਮੇਰੀ ਅੱਖ ਜਿਸ ਦੇ ਰੋਣ ਤੋਂ ਖੁੱਲ੍ਹੀ ਸੀ, ਉਹ ਕਿਸੇ ਹੋਰ ਦੀ ਆਵਾਜ਼ ਨਹੀਂ, ਸਗੋਂ ਮੇਰੀ ਮਾਂ ਦੇ ਰੋਣ ਦੀ ਆਵਾਜ਼ ਸੀ। ਮੈਂ ਇੱਕਦਮ ਨਾਲ ਬੈੱਡ ਤੋਂ ਉੱਠੀ ਤੇ ਮਾਂ ਦੇ ਕੋਲ ਗਈ। ਮਾਂ ਲਗਾਤਾਰ ਰੋਈ ਜਾ ਰਹੀ ਸੀ। ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ। ਮੈਂ ਮਾਂ ਦੇ ਕੋਲ ਗਈ ਤੇ ਪੁੱਛਿਆ, ਕੀ ਹੋਇਆ? ਇਸ ਤਰ੍ਹਾਂ ਕਿਉਂ ਰੋ ਰਹੇ ਹੋ? ਮਾਂ ਨੇ ਮੇਰੀ ਤਰਫ ਦੇਖਿਆ ਤੇ ਕਹਿਣ ਲੱਗੀ ਕਿ ਸਭ ਕੁਝ ਉੱਜੜ ਗਿਆ। ਮੇਰੀ ਭੈਣ ਯਾਨੀ ਕਿ ਤੇਰੀ ਮਾਸੀ ਦੀ ਗੋਦ ਇੱਕ ਵਾਰ ਫਿਰ ਤੋਂ ਉੱਜੜ ਗਈ। ਮੇਰੀ ਮਾਂ ਮੇਰੇ ਗਲੇ ਲੱਗ ਕੇ ਰੋਣ ਲੱਗੀ। ਇਹ ਅੱਜ ਪਹਿਲੀ ਵਾਰ ਨਹੀਂ ਹੋਇਆ ਸੀ ਕਿ ਮੇਰੀ ਮਾਸੀ ਦਾ ਬੱਚਾ ਇਸ ਦੁਨੀਆ ਤੋਂ ਆਉਣ ਤੋਂ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਗਿਆ। ਇਹ ਤੀਜੀ ਵਾਰ ਹੋਇਆ ਸੀ ਜਦ ਕਿ ਮੇਰੀ ਮਾਸੀ ਇੱਕ ਸਿਹਤਮੰਦ ਤੇ ਜਵਾਨ ਔਰਤ ਸੀ, ਪਰ ਉਸ ਦੀ ਕਿਸਮਤ ਵਿੱਚ ਇੱਕ ਦੁੱਖ ਇਹ ਸੀ ਕਿ ਉਸ ਦਾ ਬੱਚਾ 9 ਮਹੀਨੇ ਕੁੱਖ ਵਿੱਚ ਪਲਣ ਤੋਂ ਬਾਅਦ ਉਸ ਦੀ ਪੈਦਾਇਸ਼ ਦੇ ਸਮੇਂ ਉਹ ਉਸ ਨੂੰ ਖੋ ਦਿੰਦੀ ਸੀ। ਮੇਰੇ ਵੀ ਕੋਈ ਭਾਈ ਭੈਣ ਨਹੀਂ ਸੀ। ਮੈਂ ਵੀ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਸੀ। ਇਸ ਕਰਕੇ ਮੇਰੀ ਇੱਛਾ ਸੀ ਕਿ ਮਾਸੀ ਦੇ ਘਰ ਕੋਈ ਬੱਚਾ ਹੋਵੇ। ਪਤਾ ਨਹੀਂ ਭਗਵਾਨ ਨੇ ਮੇਰੀ ਮਾਸੀ ਦੀ ਕਿਸਮਤ ਵਿੱਚ ਕੀ ਲਿਖ ਕੇ ਰੱਖਿਆ ਸੀ। ਮਾਸੀ ਲਈ ਹਰ ਕੋਈ ਹਮਦਰਦੀ ਜਤਾਉਂਦਾ। ਕੋਈ ਕਹਿੰਦਾ ਕਿ ਮਾਸੀ ਉੱਤੇ ਕਿਸੇ ਨੇ ਕੋਈ ਕਾਲਾ ਜਾਦੂ ਕੀਤਾ ਹੋਇਆ ਤੇ ਕੋਈ ਕਹਿੰਦਾ ਇਸ ਨੂੰ ਕੋਈ ਬਿਮਾਰੀ ਹੈ। ਵੈਸੇ ਵੀ ਕਿਹਾ ਜਾਂਦਾ ਹੈ ਕਿ ਜਿੰਨੇ ਮੂੰਹ ਉਨੀਆਂ ਗੱਲਾਂ। ਖੈਰ, ਮੈਂ ਉਸ ਵਕਤ ਆਪਣੀ ਮਾਂ ਨੂੰ ਸੰਭਾਲਿਆ ਤੇ ਉਹਨਾਂ ਨੂੰ ਚੁੱਪ ਕਰਾਇਆ। ਮਾਂ ਨੂੰ ਚੁੱਪ ਕਰਾਉਣ ਤੋਂ ਬਾਅਦ ਮੈਂ ਆਪਣੇ ਕੰਮ ਲੱਗ ਗਈ, ਪਰ ਮੇਰੇ ਮਨ ਵਿੱਚੋਂ ਮਾਸੀ ਦਾ ਖਿਆਲ ਨਹੀਂ ਜਾ ਰਿਹਾ ਸੀ। ਪਤਾ ਨਹੀਂ ਉਹਨਾਂ ਨੂੰ ਕਿਹੜੀ ਪ੍ਰੋਬਲਮ ਹੈ ਕਿ 9 ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਉਹ ਆਪਣੇ ਬੱਚੇ ਨੂੰ ਖੋ ਦਿੰਦੀ ਹੈ। ਇਹ ਸਭ ਸੋਚਦੀ ਨੂੰ ਪਤਾ ਨਹੀਂ ਕਦੋਂ ਸ਼ਾਮ ਹੋ ਗਈ। ਸ਼ਾਮ ਨੂੰ ਮਾਂ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ, ਤਿਆਰ ਹੋ ਜਾ, ਤੂੰ ਆਪਣੀ ਮਾਸੀ ਦੇ ਘਰ ਜਾਣਾ ਹੈ। ਮੈਂ ਹੈਰਾਨ ਹੁੰਦੇ ਹੋਏ ਆਪਣੀ ਮਾਂ ਵੱਲ ਦੇਖਿਆ ਤੇ ਪੁੱਛਿਆ, ਕੀ ਹੋਇਆ? ਸਭ ਠੀਕ ਤਾਂ ਹੈ? ਮਾਸੀ ਦੀ ਤਬੀਅਤ ਠੀਕ ਹੈ? ਮੇਰੀ ਮਾਂ ਨੇ ਕਿਹਾ ਕਿ ਤੇਰੀ ਮਾਸੀ ਦੀ ਤਬੀਅਤ ਬਹੁਤ ਖਰਾਬ ਹੈ। ਜੇ ਤੂੰ ਉਸਦੇ ਕੋਲ ਰਹੇਂਗੀ ਤਾਂ ਉਸ ਨੂੰ ਥੋੜੀ ਤਸੱਲੀ ਹੋਵੇਗੀ ਤੇ ਉਸ ਦਾ ਵੀ ਦਿਲ ਲੱਗਿਆ ਰਹੇਗਾ। ਮਾਂ ਦੀ ਗੱਲ ਤੋਂ ਮੈਨੂੰ ਕੋਈ ਇਤਰਾਜ਼ ਨਹੀਂ ਸੀ। ਉਹ ਠੀਕ ਹੀ ਕਹਿ ਰਹੇ ਸਨ। ਮੈਂ ਖੁਸ਼ੀ-ਖੁਸ਼ੀ ਮਾਸੀ ਦੇ ਘਰ ਜਾਣ ਦੀ ਤਿਆਰੀ ਕਰਨ ਲੱਗੀ। ਅਗਲੀ ਸਵੇਰ ਅਸੀਂ ਮਾਸੀ ਦੇ ਘਰ ਜਾਣ ਲਈ ਤਿਆਰ ਹੋ ਗਏ। ਜਦ ਅਸੀਂ ਮਾਸੀ ਦੇ ਘਰ ਪਹੁੰਚੇ ਤਾਂ ਮਾਸੀ ਸਾਨੂੰ ਦੇਖ ਕੇ ਬਹੁਤ ਖੁਸ਼ ਹੋਈ, ਪਰ ਮਾਸੀ ਦੀਆਂ ਅੱਖਾਂ ਵਿੱਚ ਆਪਣੇ ਬੱਚੇ ਦੀ ਜੁਦਾਈ ਦਾ ਦੁੱਖ ਲੁਕਿਆ ਹੋਇਆ ਸੀ। ਮੇਰੀ ਮਾਂ ਨੇ ਮਾਸੀ ਨੂੰ ਕਿਹਾ ਕਿ ਜੱਸੀ ਕੁਝ ਦਿਨ ਤੇਰੇ ਕੋਲ ਹੀ ਰਹੇਗੀ ਤੇ ਤੇਰਾ ਖਿਆਲ ਰੱਖੇਗੀ। ਇਹ ਸੁਣ ਕੇ ਮਾਸੀ ਖੁਸ਼ ਹੋ ਗਈ। ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਮੇਰੀ ਮਾਂ ਮੈਨੂੰ ਛੱਡ ਕੇ ਵਾਪਸ ਚਲੀ ਗਈ। ਮੈਂ ਆਪਣੀ ਮਾਸੀ ਦਾ ਪੂਰਾ ਖਿਆਲ ਰੱਖਿਆ। ਮੈਂ ਉਹਨਾਂ ਲਈ ਖਾਣਾ ਬਣਾਉਂਦੀ ਤੇ ਟਾਈਮ ਨਾਲ ਦਵਾਈ ਵੀ ਦੇ ਦਿੰਦੀ। ਹੱਸੀ ਖੁਸ਼ੀ ਦਿਨ ਲੰਘਦੇ ਗਏ। ਮੈਂ ਵਾਪਸ ਜਾਣਾ ਤਾਂ ਜਿਵੇਂ ਭੁੱਲ ਹੀ ਗਈ ਸੀ। ਮਾਸੀ ਦੇ ਘਰ ਮੇਰਾ ਦਿਲ ਲੱਗ ਗਿਆ ਸੀ। ਇੱਕ ਦਿਨ ਮਾਸੀ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਕੇ ਡਿੱਗ ਗਈ। ਮੈਂ ਉਸ ਵਕਤ ਕਿਚਨ ਵਿੱਚ ਕੰਮ ਕਰ ਰਹੀ ਸੀ। ਮੈਂ ਭੱਜ ਕੇ ਮਾਸੀ ਦੇ ਕੋਲ ਗਈ ਤੇ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਮੈਂ ਬਹੁਤ ਘਬਰਾ ਗਈ ਸੀ ਕਿ ਮਾਸੀ ਨੂੰ ਕੀ ਹੋ ਗਿਆ। ਕੁਝ ਟਾਈਮ ਬਾਅਦ ਮਾਸੀ ਨੂੰ ਹੋਸ਼ ਆ ਗਿਆ ਤੇ ਮੈਂ ਚਿੰਤਾ ਵਾਲੀ ਆਵਾਜ਼ ਵਿੱਚ ਮਾਸੀ ਨੂੰ ਪੁੱਛਿਆ ਕਿ ਕੀ ਹੋ ਗਿਆ ਸੀ। ਮਾਸੀ ਦੀਆਂ ਅੱਖਾਂ ਭਰ ਆਈਆਂ ਤੇ ਪਿਆਰ ਭਰੀ ਨਜ਼ਰ ਨਾਲ ਉਹ ਮੈਨੂੰ ਦੇਖਣ ਲੱਗੀ ਤੇ ਕਹਿਣ ਲੱਗੀ, ਪੁੱਤ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਮੈਂ ਫਿਰ ਤੋਂ ਮਾਂ ਬਣਨ ਵਾਲੀ ਹਾਂ। ਉਹਨਾਂ ਦੀ ਗੱਲ ਸੁਣ ਕੇ ਮੇਰੇ ਚਿਹਰੇ 'ਤੇ ਮੁਸਕਰਾਹਟ ਆ ਗਈ। ਮੈਂ ਬਹੁਤ ਖੁਸ਼ ਹੋ ਗਈ ਸੀ। ਮੈਂ ਦਿਲ ਹੀ ਦਿਲ ਸੋਚਿਆ ਕਿ ਮੈਂ ਹੁਣ ਆਪਣੀ ਮਾਸੀ ਦਾ ਪੂਰਾ ਖਿਆਲ ਰੱਖੂੰਗੀ ਤੇ ਇਸ ਵਾਰ ਕੋਈ ਗਲਤੀ ਨਹੀਂ ਹੋਵੇਗੀ ਜਿਸ ਨਾਲ ਕਿ ਮਾਸੀ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਵੇ। ਥੋੜੀ ਦੇਰ ਬਾਅਦ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਇਹ ਖੁਸ਼ਖਬਰੀ ਦੱਸੀ। ਇਹ ਗੱਲ ਸੁਣ ਕੇ ਮੇਰੀ ਮਾਂ ਬਹੁਤ ਖੁਸ਼ ਹੋਈ ਤੇ ਮੈਨੂੰ ਮਾਸੀ ਦਾ ਖਿਆਲ ਰੱਖਣ ਲਈ ਸਲਾਹਾਂ ਦੇਣ ਲੱਗੀ। ਮਾਸੀ ਦਾ ਧਿਆਨ ਕਿਵੇਂ ਰੱਖਣਾ ਹੈ ਉਹ ਦੱਸਣ ਲੱਗੀ। ਮੈਂ ਮਾਂ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ। ਮੈਂ ਜਾਣਦੀ ਸੀ ਕਿ ਮਾਸੀ ਪਹਿਲਾਂ ਵੀ ਆਪਣੇ ਬੱਚੇ ਖੋ ਚੁੱਕੀ ਹੈ, ਇਸ ਲਈ ਮੈਨੂੰ ਹੁਣ ਉਹਨਾਂ ਦਾ ਪਹਿਲਾਂ ਨਾਲੋਂ ਵੀ ਵੱਧ ਖਿਆਲ ਰੱਖਣਾ ਪਵੇਗਾ। ਮੈਂ ਹੁਣ ਉਹਨਾਂ ਨੂੰ ਘਰ ਦਾ ਕੋਈ ਕੰਮ ਨਹੀਂ ਕਰਨ ਦਿੰਦੀ ਸੀ ਤੇ ਉਹਨਾਂ ਦੀ ਪੂਰੀ ਸੇਵਾ ਕਰਦੀ ਸੀ। ਇੱਕ ਦਿਨ ਜਦੋਂ ਸਵੇਰੇ ਮੈਂ ਮਾਸੀ ਦੇ ਕਮਰੇ ਵਿੱਚ ਗਈ ਤਾਂ ਜੋ ਮੈਂ ਦੇਖਿਆ, ਮੇਰੀਆਂ ਅੱਖਾਂ ਫਟੀਆਂ ਰਹਿ ਗਈਆਂ। ਮੈਂ ਦੇਖਿਆ ਕਿ ਮਾਸੀ ਸਮਾਨ ਦਾ ਭਰਿਆ ਹੋਇਆ ਬਕਸਾ ਚੁੱਕ ਕੇ ਖੋਲ੍ਹਣ ਜਾ ਰਹੀ ਸੀ।
ਮੈਂ ਭੱਜ ਕੇ ਮਾਸੀ ਦੇ ਕੋਲ ਗਈ ਤੇ ਕਿਹਾ ਕਿ ਇਹ ਤੁਸੀਂ ਕੀ ਕਰ ਰਹੇ ਹੋ। ਉਹਨਾਂ ਨੇ ਬੜੇ ਹੀ ਆਰਾਮ ਨਾਲ ਜਵਾਬ ਦਿੱਤਾ, ਪੁੱਤ ਤੇਰੇ ਮਾਸੜ ਜੀ 2-3 ਦਿਨਾਂ ਲਈ ਘਰ ਆ ਰਹੇ ਹਨ, ਇਸ ਲਈ ਮੈਂ ਉਹਨਾਂ ਲਈ ਸਰਦੀਆਂ ਦੇ ਕੱਪੜੇ ਕੱਢ ਰਹੀ ਹਾਂ। ਮੈਂ ਉਹਨਾਂ ਨੂੰ ਟੋਕਦੇ ਹੋਏ ਕਿਹਾ ਕਿ ਤੁਹਾਨੂੰ ਵਜ਼ਨ ਚੁੱਕਣ ਤੋਂ ਮਨਾ ਕੀਤਾ ਹੈ ਨਾ, ਫਿਰ ਕਿਉਂ ਇੰਨਾ ਭਾਰੀ ਸਮਾਨ ਚੁੱਕ ਰਹੇ ਹੋ। ਫਿਰ ਮੇਰੀ ਮਾਸੀ ਮੁਸਕਰਾਈ ਤੇ ਕਹਿਣ ਲੱਗੀ ਕਿ ਪੁੱਤ ਇੰਨਾ ਕੁ ਵਜ਼ਨ ਚੁੱਕਣ ਨਾਲ ਕੁਝ ਨਹੀਂ ਹੁੰਦਾ, ਤੂੰ ਇੰਨਾ ਫਿਕਰ ਨਾ ਕਰਿਆ ਕਰ। ਉਹਨਾਂ ਦੀ ਇਹ ਗੱਲ ਮੈਨੂੰ ਬਹੁਤ ਅਜੀਬ ਜਿਹੀ ਲੱਗੀ। ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਵਜ਼ਨ ਚੁੱਕਣਾ ਇੱਕ ਪ੍ਰੈਗਨੈਂਟ ਔਰਤ ਲਈ ਠੀਕ ਨਹੀਂ ਹੈ ਤੇ ਮਾਸੀ ਇੰਨੀ ਵਾਰ ਆਪਣਾ ਬੱਚਾ ਖੋ ਦੇਣ ਤੋਂ ਬਾਅਦ ਵੀ ਕਿਉਂ ਨਹੀਂ ਸਮਝਦੀ। ਖੈਰ ਉਸ ਵਕਤ ਮੈਂ ਉਹਨਾਂ ਨੂੰ ਕੁਝ ਵੀ ਕਹਿਣਾ ਠੀਕ ਨਾ ਸਮਝਿਆ। ਅਗਲੇ ਦਿਨ ਮਾਸੜ ਜੀ ਘਰ ਆ ਗਏ। ਉਹ ਆਪਣੇ ਹਸਪਤਾਲ ਦੀ ਜੌਬ ਕਰਕੇ ਹਸਪਤਾਲ ਦੇ ਕੁਆਟਰ ਵਿੱਚ ਹੀ ਰਹਿੰਦੇ ਸਨ, ਕਿਉਂਕਿ ਹਸਪਤਾਲ ਘਰ ਤੋਂ ਕਾਫੀ ਦੂਰ ਸੀ, ਇਸ ਲਈ ਉਹ ਰੋਜ਼ ਦਾ ਆਉਣਾ ਜਾਣਾ ਔਖਾ ਸੀ। ਪਰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਨੂੰ ਉਹ ਘਰ ਆ ਜਾਇਆ ਕਰਦੇ ਸਨ। ਖੈਰ ਮਾਸੜ ਜੀ 2 ਦਿਨ ਰਹਿ ਕੇ ਵਾਪਸ ਚਲੇ ਗਏ। ਮੈਂ ਜਾਣਦੀ ਸੀ ਕਿ ਮਾਸੀ ਨੂੰ ਮਾਲਿਸ਼ ਕਰਾਉਣਾ ਪਸੰਦ ਨਹੀਂ ਹੈ ਤੇ ਇਸ ਲਈ ਉਹ ਮੇਰੇ ਤੋਂ ਵੀ ਮਾਲਿਸ਼ ਨਹੀਂ ਕਰਵਾਉਂਦੀ ਸੀ। ਪਰ ਅੱਜ ਉਹ ਸਵੇਰੇ ਸਵੇਰੇ ਕਹਿ ਰਹੀ ਸੀ ਕਿ ਮੇਰੀ ਕਮਰ ਤੇ ਪੈਰਾਂ ਵਿੱਚ ਬਹੁਤ ਦਰਦ ਹੈ, ਇਸ ਲਈ ਮੈਂ ਸੋਚਿਆ ਕਿ ਥੋੜੀ ਦੇਰ ਪੈਰ ਦਬਾ ਦਿੰਦੀ ਹਾਂ ਤੇ ਮਾਲਿਸ਼ ਵੀ ਕਰ ਦਿੰਦੀ ਹਾਂ, ਸ਼ਾਇਦ ਉਹ ਠੀਕ ਹੋ ਜਾਣ। ਮੈਂ ਤੇਲ ਲੈ ਕੇ ਉਹਨਾਂ ਦੇ ਕਮਰੇ ਵਿੱਚ ਗਈ ਤਾਂ ਉਹ ਸੁੱਤੇ ਪਏ ਸਨ। ਮੈਂ ਸੋਚਿਆ ਇਹ ਚੰਗਾ ਮੌਕਾ ਹੈ, ਮੈਂ ਚੁੱਪਚਾਪ ਉਹਨਾਂ ਦੇ ਪੈਰ ਦਬਾ ਦਿੰਦੀ ਹਾਂ। ਪਰ ਜਿਵੇਂ ਹੀ ਮੈਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ, ਉਹ ਡਰ ਕੇ ਇੱਕਦਮ ਉੱਠ ਗਈ ਤੇ ਬੋਲੀ, ਤੂੰ ਇਹ ਕੀ ਕਰ ਰਹੀ ਹੈ। ਮਾਸੀ ਨੇ ਮੇਰੇ ਵੱਲ ਗੁੱਸੇ ਨਾਲ ਦੇਖਿਆ ਤੇ ਕਹਿਣ ਲੱਗੀ ਕਿ ਮੈਂ ਤੈਨੂੰ ਮਨਾ ਕੀਤਾ ਸੀ ਨਾ ਕਿ ਮੈਨੂੰ ਮਾਲਿਸ਼ ਦੀ ਜ਼ਰੂਰਤ ਨਹੀਂ, ਫਿਰ ਤੂੰ ਇਹ ਕਿਉਂ ਕਰ ਰਹੀ ਹੈ। ਕਿ ਤੂੰ ਨਹੀਂ ਚਾਹੁੰਦੀ ਕਿ ਮੇਰਾ ਬੱਚਾ ਇਸ ਦੁਨੀਆ ਵਿੱਚ ਸਹੀ ਸਲਾਮਤ ਆ ਜਾਵੇ। ਮਾਸੀ ਇੰਨਾ ਗੁੱਸੇ ਹੋ ਜਾਵੇਗੀ ਮੈਂ ਕਦੇ ਸੋਚਿਆ ਵੀ ਨਹੀਂ ਸੀ। ਉਸ ਦਾ ਇਹ ਰੂਪ ਮੈਂ ਪਹਿਲੀ ਵਾਰ ਦੇਖਿਆ। ਉਹਨੇ ਮੈਨੂੰ ਕਿਹਾ ਕਿ ਮੇਰੀ ਨਜ਼ਰਾਂ ਤੋਂ ਦੂਰ ਹੋ ਜਾ। ਉਹਨਾਂ ਨੂੰ ਗੁੱਸੇ ਵਿੱਚ ਦੇਖ ਕੇ ਮੈਂ ਬਹੁਤ ਹੈਰਾਨ ਹੋਈ ਤੇ ਆਪਣੇ ਕਮਰੇ ਵਿੱਚ ਚਲੇ ਗਈ। ਮੇਰੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸਨ ਕਿ ਆਖਰ ਮੇਰੀ ਮਾਸੀ ਨੇ ਮੇਰੇ ਪਿਆਰ ਤੇ ਹਮਦਰਦੀ ਭਰੇ ਰਵੱਈਏ ਦਾ ਮੈਨੂੰ ਇਹ ਨਾਮ ਕਿਉਂ ਦਿੱਤਾ। ਮੈਂ ਤਾਂ ਉਹਨਾਂ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਛੱਡੀ ਸੀ। ਮੈਂ ਉਸ ਦਿਨ ਕਮਰੇ ਵਿੱਚ ਹੀ ਬੰਦ ਰਹੀ। ਮੈਂ ਬਾਹਰ ਆ ਕੇ ਕੋਈ ਕੰਮ ਨਹੀਂ ਕੀਤਾ। ਪਰ ਰਾਤ ਹੁੰਦੇ ਹੀ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ। ਮੈਨੂੰ ਪਤਾ ਲੱਗ ਗਿਆ ਸੀ ਕਿ ਦਰਵਾਜ਼ੇ 'ਤੇ ਮਾਸੀ ਹੀ ਹੋਵੇਗੀ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮਾਸੀ ਹੀ ਖੜੀ ਸੀ। ਉਹਨਾਂ ਦੇ ਹੱਥ ਵਿੱਚ ਖਾਣੇ ਦੀ ਪਲੇਟ ਸੀ। ਮਾਸੀ ਨੇ ਕਿਹਾ ਕਿ ਮੈਨੂੰ ਅੰਦਰ ਨਹੀਂ ਆਉਣ ਦੇਵੇਂਗੀ। ਮੈਂ ਉਹਨਾਂ ਦੀ ਗੱਲ 'ਤੇ ਮੁਸਕਰਾ ਪਈ। ਮੈਂ ਆਪਣੀ ਮਾਸੀ ਨੂੰ ਬਹੁਤ ਪਿਆਰ ਕਰਦੀ ਸੀ। ਮੈਂ ਸੋਚਿਆ ਕਿ ਜ਼ਰੂਰ ਕੋਈ ਵਜ੍ਹਾ ਰਹੀ ਹੋਵੇਗੀ ਤਾਂ ਹੀ ਉਹਨਾਂ ਨੇ ਮੈਨੂੰ ਝਿੜਕਿਆ ਹੋਵੇਗਾ। ਇਹ ਸੋਚ ਕੇ ਮੈਂ ਉਹਨਾਂ ਨੂੰ ਕਮਰੇ ਦੇ ਅੰਦਰ ਲੈ ਆਈ। ਉਹਨਾਂ ਨੇ ਪਲੇਟ ਬੈੱਡ 'ਤੇ ਰੱਖ ਦਿੱਤੀ ਤੇ ਉਹ ਮੇਰੇ ਕੋਲ ਬੈਠ ਗਈ। ਮਾਸੀ ਮੈਨੂੰ ਕਹਿਣ ਲੱਗੀ ਕਿ ਪੁੱਤ, ਮੈਂ ਜਾਣਦੀ ਹਾਂ ਕਿ ਤੂੰ ਮੇਰੇ ਨਾਲ ਬਹੁਤ ਨਾਰਾਜ਼ ਆ, ਪਰ ਮੈਨੂੰ ਮਾਲਿਸ਼ ਕਰਾਉਣ ਦੀ ਆਦਤ ਨਹੀਂ। ਜੇ ਮੈਂ ਮਾਲਿਸ਼ ਕਰਵਾ ਲਵਾਂ ਤਾਂ ਮੇਰੇ ਹੋਰ ਜ਼ਿਆਦਾ ਦਰਦ ਹੋਣ ਲੱਗਦਾ ਹੈ। ਮਾਸੀ ਨੇ ਮੈਨੂੰ ਪਿਆਰ ਨਾਲ ਗਲੇ ਨਾਲ ਲਗਾ ਲਿਆ ਤੇ ਕਿਹਾ ਕਿ ਤੂੰ ਇੰਨੀ ਫਿਕਰ ਨਾ ਕਰਿਆ ਕਰ। ਮਾਸੀ ਨੇ ਆਪਣੇ ਹੱਥ ਨਾਲ ਮੈਨੂੰ ਖਾਣਾ ਖਿਲਾਇਆ ਤੇ ਵਾਪਸ ਆਪਣੇ ਕਮਰੇ ਵਿੱਚ ਚਲੇ ਗਈ। ਅਗਲੇ ਦਿਨ ਮੈਂ ਰੋਜ਼ ਦੀ ਤਰ੍ਹਾਂ ਘਰ ਦਾ ਕੰਮ ਕਰਨ ਲੱਗੀ ਤੇ ਨਾਸ਼ਤਾ ਕਰਕੇ ਬੈਠੀ ਹੀ ਸੀ ਕਿ ਮਾਸੀ ਨੇ ਮੈਨੂੰ ਇੱਕ ਪਰਚੀ ਫੜਾਈ ਤੇ ਕਿਹਾ ਕਿ ਇਹ ਦਵਾਈ ਲੈ ਆਈ। ਉਹਨਾਂ ਨੇ ਮੈਨੂੰ ਕੁਝ ਪੈਸੇ ਵੀ ਦਿੱਤੇ ਤੇ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਦਵਾਈ ਲਿਆ ਦੇ, ਕਿਤੇ ਐਵੇਂ ਨਾ ਹੋਵੇ ਕਿ ਮੇਰੀ ਤਬੀਅਤ ਜ਼ਿਆਦਾ ਵਿਗੜ ਜਾਵੇ। ਮੈਂ ਉਹਨਾਂ ਦੀ ਗੱਲ ਸੁਣ ਕੇ ਜਲਦੀ ਨਾਲ ਉੱਠੀ ਤੇ ਬਾਹਰ ਨਿਕਲ ਗਈ। ਮੈਡੀਕਲ ਦੁਕਾਨ ਬਹੁਤੀ ਦੂਰ ਨਹੀਂ ਸੀ, ਇਸ ਲਈ ਮੈਂ ਛੇਤੀ ਹੀ ਉੱਥੇ ਪਹੁੰਚ ਗਈ। ਮੈਂ ਉਹਨਾਂ ਨੂੰ ਪਰਚੀ ਦਿਖਾਈ। ਉਹਨਾਂ ਨੇ ਪਰਚੀ ਦੇਖ ਕੇ ਕਿਹਾ ਕਿ ਇਹ ਇੰਜੈਕਸ਼ਨ ਸਾਡੇ ਕੋਲ ਨਹੀਂ ਹੈ। ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਇੰਜੈਕਸ਼ਨ ਹੋਰ ਕਿੱਥੋਂ ਮਿਲ ਸਕਦਾ ਹੈ। ਉਸ ਮੈਡੀਕਲ ਸਟੋਰ ਵਾਲੇ ਨੇ ਮੈਨੂੰ ਦੱਸਿਆ ਕਿ ਇੱਥੋਂ ਥੋੜ੍ਹੀ ਦੂਰੀ 'ਤੇ ਇੱਕ ਹੋਰ ਮੈਡੀਕਲ ਸਟੋਰ ਹੈ, ਉੱਥੋਂ ਮਿਲ ਜਾਵੇਗਾ। ਜੇ ਤੁਸੀਂ ਰਿਕਸ਼ੇ ਤੋਂ ਜਾਓਗੇ ਤਾਂ 10 ਮਿੰਟ ਲੱਗ ਜਾਣਗੇ। ਇਹ ਗੱਲ ਸੁਣ ਕੇ ਮੈਂ ਬਹੁਤ ਉਦਾਸ ਹੋ ਗਈ ਕਿਉਂਕਿ ਮੇਰੇ ਕੋਲ ਸਿਰਫ ਦਵਾਈ ਦੇ ਹੀ ਪੈਸੇ ਸਨ। ਜੇ ਮੈਂ ਘਰ ਵਾਪਸ ਜਾ ਕੇ ਪੈਸੇ ਲੈ ਕੇ ਆਉਂਦੀ ਤਾਂ ਬਹੁਤ ਦੇਰ ਹੋ ਜਾਂਦੀ। ਫਿਰ ਮੈਂ ਪੈਦਲ ਹੀ ਮੈਡੀਕਲ ਸਟੋਰ ਜਾਣ ਦਾ ਸੋਚਿਆ। ਮੈਂ ਜਲਦੀ ਤੁਰਨ ਲੱਗੀ ਤੇ ਉਸ ਮੈਡੀਕਲ ਸਟੋਰ 'ਤੇ ਪਹੁੰਚ ਗਈ। ਪਰ ਮੈਨੂੰ ਕਾਫੀ ਸਮਾਂ ਲੱਗ ਗਿਆ ਸੀ, ਪਰ ਇੰਨਾ ਸ਼ੁਕਰ ਮੈਨੂੰ ਦਵਾਈ ਮਿਲ ਗਈ ਸੀ। ਮੈਂ ਜਲਦੀ ਨਾਲ ਦਵਾਈ ਲਈ ਤੇ ਘਰ ਨੂੰ ਵਾਪਸ ਤੁਰ ਪਈ। ਪਰ ਜਦ ਮੈਂ ਘਰ ਪਹੁੰਚੀ ਤਾਂ ਉੱਥੋਂ ਦਾ ਦ੍ਰਿਸ਼ ਦਿਲ ਦਹਿਲਾ ਦੇਣ ਵਾਲਾ ਸੀ। ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ।
ਧੰਨਵਾਦ ਜੀ।